ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਅਸੀਂ ਸਭ ਦੀ ਬਾਣੀ ਦੇ ਤੀਸਰੇ ਸਲੋਕ ਅਤੇ ਤੀਸਰੀ ਅਵਸਥੀ ਦੀ ਵਾਰੀ 'ਚ ਹੈ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟਟੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਬਖਿਆਨ। ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਧਿਆਨ ਬਨ ਬਦਦੇ ਫਿਰਿਆ। ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉਮੈ ਬਹੁ ਰਤਨਾ। ਸਰੀਰ ਘਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ। ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ। ਨੌਖੰਡ ਪ੍ਰਿਥਵੀ ਫਿਰੇ ਚਿਰਜੀਵੇ ਮਹਾ ਉਦਾਸ ਤਪੀ ਸਰ ਥੀਵੇ। ਅਗਨ ਮੇਂ ਹੋ ਮਤ ਪਰਾਨ ਕਨਿਕ ਐਸ ਹੈ ਵਰ ਭੂਮਦਾਨ। ਨੌਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਰਤ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹਉਮੈ ਮੈਲ ਨ ਜਾਵੇ। ਹਰ ਕੇ ਨਾਮ ਸੰਸਰ ਕੁਛ ਨਾਏ ਨਾਨਕ ਗੁਰਮੁਖ ਨਾਮ ਜਤ ਕਤ ਪਾਏ। ਮਨ ਕਾਮਨਾ ਤੀਰਥ ਦੇ ਛੂਟੇ ਗਰਭ ਗੁਹਾਨ ਨ ਮਨ ਤੇ ਹੂਟੇ। ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ। ਇਸ ਦੇ ਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਵਿਖਿਆ ਟਰੇ। ਜਲ ਧੋਵੇ ਬਹੁ ਦੇ ਅਨੀਤ ਸੁਧ ਕਹਾ ਹੋ ਕਾਚੀ ਪੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਜ। ਬਹੁਤ ਸਿਆਣਮ ਜਮ ਕਾ ਪਉ ਵਿਆਪੇ ਅਨੇਕ ਜਤਨ ਕਾ ਤ੍ਰਿਸ਼ਨਾ ਤਾਪੇ। ਪੇਖ ਅਨੇਕ ਅਗਨ ਨਹੀਂ ਬੂਝੇ ਕੋਟ ਪਾਪ ਦਰਗੇ ਨਹੀਂ ਸੀਜੇ। ਛੂਟਸ ਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਨ ਨਹੀਂ ਮਾਨੇ। ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ। ਜੇ ਕੋ ਆਪਣੀ ਲਸੋਬਾ ਲੋਰੇ ਸਾਧ ਸੰਗ ਇਹ ਹਉਮੈ ਛੋਰੇ। ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ। ਜਿਸ ਜਨ ਕਿਉ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ। ਸਗਲ ਪੁਰਖ में पुरख प्रधान साध संग जाका मिटे अभिमान। आपस क्यों जो जाने नीचा सोई गणिए सब ते ऊंचा। जाका मन होए सगल गिरीना हर हर नाम तिन घट घट जीना। मन अपने ते बुरा मिटाना पेखे सगल सिज साजना। सुख दुख जन समदृष्टेता नानक पाप पुन नहीं लेपा। निर्धन को तन तेरो नाव निथावे को नाव तेरा थाव। नीमाने को प्राप्त रोमान सगल कटा को देव दान। करण करावन हार स्वामी सगल कटा के अंतर जामी। अपनी गतमत जाने आपे आपन संग आप प्रभ राते। तुमरी उस्तर तुम ते होए नानक और न जानस कोय। सर्व धर्म में श्रेष्ठ धर्म हर को नाम जप निर्मल करम। सगल क्रिया में उत्तम क्रिया साध संग दुर्मत मल हिरिया। सगल उदम में उदम भला हर का नाम जपो जी सदा। सगल बानी में अमृत बानी हर को जस सुन रसन बखानी। सगल थान ते ओ उत्तम थान नानक जे कट बसे हर नाम। सगल बानी में अमृत बानी हर को जस सुन रसन बखानी। सगल थान ते उत्तम थान नानक जे कट बसे हर नाम। श्लोक। बहु सास्तर बहु सिमरती पेखे सरब टटोल। पूजस नाही हर हरे ਨਾਨਕ ਨਾਮ ਅਮੋਲ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖੋ ਅਸੀਂ ਬਹੁਤ ਸ਼ਾਸਤਰ ਅਤੇ ਅਨੇਕ ਸਿਮਰਤੀਆਂ ਆਦਿ ਸਾਰੇ ਧਰਮ ਗ੍ਰੰਥ ਅਸੀਂ ਪੜ੍ਹ ਕੇ ਭਾਲ ਕੇ ਘੋਖ ਕੇ
ਵੇਖ ਲਏ ਹਨ ਜੀ, ਭਾਵ ਚੰਗੀ ਤਰ੍ਹਾਂ ਪੜ੍ਹ ਲਏ ਹਨ ਜੀ। ਫਿਰ ਵੀ ਗੁਰੂ ਜੀ ਕਹਿੰਦੇ ਹਨ ਪਰ ਇਹ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਬਰਾਬਰ ਭਾਵ ਤੁਲ ਪੁੱਜ ਨਹੀਂ ਸਕਦਾ ਜੀ। ਫਿਰ ਕਿਉਂਕਿ ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ, ਨਾਨਕ ਨਾਮ ਅਮੋਲਕ ਹੈ ਜੀ। ਅਸ਼ਟਪਦੀਆਂ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਜੇ ਅਸੀਂ ਜਪ ਤਪ ਗਿਆਨ ਚਰਚਾ ਅਤੇ ਧਿਆਨ ਨਾਲ ਸਭ ਆਚਾਰ ਕਰੀਏ, 6 ਸ਼ਾਸਤਰ ਅਤੇ ਸਿਮਰਤੀਆਂ ਦਾ ਵਿਖਿਆਨ ਕਰੀਏ, ਚਾਹੇ ਅਸੀਂ ਜਗ ਦਾ ਅਭਿਆਸ ਅਤੇ ਕਰਮ ਕਾਂਡ ਅਤੇ ਧਰਮ ਦੀਆਂ ਕਿਰਿਆਵਾਂ ਕਰੀਏ, ਸਭ ਕੁਝ ਤਿਆਗ ਕੇ ਜੰਗਲਾਂ ਵਿੱਚ ਫਿਰੀਏ, ਕਈ ਅਨੇਕ ਪ੍ਰਕਾਰ ਦੇ ਬਹੁਤ ਜਪ ਤਪ ਦੇ ਯਤਨ ਕਰੀਏ, ਫਿਰ ਗੁਰੂ ਜੀ ਕਹਿੰਦੇ ਹਨ ਪੁੰਨ ਦਾਨ ਅਤੇ ਬਹੁਤ ਕੀਮਤੀ ਪਦਾਰਥਾਂ ਦਾ ਹਵਨ ਕਰੀਏ, ਸਰੀਰ ਨੂੰ ਰੱਤੀ ਜਿੰਨਾ ਕਟਵਾ ਕੇ ਅਗਨੀ ਨੂੰ ਅਰਪਿਤ ਕਰੀਏ, ਬਹੁਤ ਤਰ੍ਹਾਂ ਦੇ ਵਰਤ ਅਤੇ ਨੇਮ ਬੰਦੇਜ ਕਰੀਏ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹ ਸਾਰੇ ਕਰਮ ਕਾਂਡ ਪਰਮੇਸ਼ਰ ਰਾਮ ਦੇ ਗੁਰਸ਼ਬਦ ਗੁਰੂ ਨਾਮ ਦੇ ਵਿਚਾਰ ਦੇ ਬਰਾਬਰ ਨਹੀਂ ਹਨ ਜੀ, ਤੁਲ ਨਹੀਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਦਿਨ ਵਿੱਚ ਇੱਕ ਵਾਰ ਵੀ ਗੁਰੂ ਦੇ ਉਪਦੇਸ਼ ਅਨੁਸਾਰ ਗੁਰੂ ਦੀ ਬਾਣੀ ਗੁਰਸ਼ਬਦ ਨਾਮ ਜਪਣਾ ਜ਼ਰੂਰ ਕਰੀਏ ਜੀ, ਤਾਂ ਜੋ ਕਿਉਂਕਿ ਇਹ ਧਨ ਜੋ ਹੈ, ਇਹ ਨਾਮ ਜੋ ਹੈ, ਇਹ ਅਨਮੋਲ ਹੈ ਜੀ। ਇਹ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਭਾਵੇਂ ਕੋਈ ਪ੍ਰਿਥਵੀ ਦੇ 9 ਖੰਡਾਂ ਵਿੱਚ ਫਿਰਦਾ ਰਹੇ ਅਤੇ ਲੰਮੀ ਉਮਰ ਜਿਉਂਦਾ ਰਹੇ, ਵੱਡਾ ਉਦਾਸੀ ਅਤੇ ਤਪਸਵੀ ਹੋ ਜਾਵੇ, ਅਗਨੀ ਵਿੱਚ ਆਪਣੇ ਪ੍ਰਾਣ ਹੋਮ ਕਰ ਦੇਵੇ, ਸੋਨਾ ਸ੍ਰੇਸ਼ਟ ਘੋੜੇ ਅਤੇ ਭੂਮੀ ਦਾਨ ਕਰੇ, ਨਿਉਲੀ ਕਰਮ ਅਤੇ ਬਹੁਤ ਸਾਰੇ ਯੋਗ ਆਸਨ ਕਰੇ, ਜੈਨ ਮਤ ਦੇ ਅਥ ਕਠਨ ਸਾਧਨ ਅਤੇ ਸੰਜਮ ਕਰੇ, ਜਰਾ ਕਰਕੇ ਸਰੀਰ ਘਟਾਵੇ, ਤਾਂ ਵੀ ਮਨ ਤੋਂ ਹਉਮੈ ਦੀ ਮੈਲ ਨਹੀਂ ਉਤਰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ ਜੀ। ਇਹ ਸਭ ਕੁਛ ਮੈਲ ਤਾਂ ਹੀ ਉਤਰ ਸਕਦੀ ਹੈ ਜੀ ਮਨ ਦੀ ਕਿ ਜੇ ਅਸੀਂ ਨਾਮ ਨੂੰ ਆਪਣੇ ਅੰਦਰ ਵਸਾਈਏ ਜੀ, ਹਿਰਦੇ 'ਚ ਵਸਾਈਏ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖ ਜੀਵ ਗੁਰਸ਼ਬਦ ਨਾਮ ਜਪਦੇ ਹੋਏ ਪਰਮਗਤ ਭਾਵ ਮੁਕਤੀ ਪ੍ਰਾਪਤ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਕਿਸੇ ਦੇ ਮਨ ਵਿੱਚ ਇੱਛਾ ਹੋਵੇ ਕਿ ਉਹ ਸਰੀਰ ਕਿਸੇ ਤੀਰਥਾਂ ਉੱਤੇ ਤਿਆਗੇ ਜੀ, ਫਿਰ ਗੁਰੂ ਜੀ ਕਹਿੰਦੇ ਹਨ ਪਰ ਤਾਂ ਵੀ ਗਰਭ ਅਤੇ ਹੰਕਾਰ ਉਸਦੇ ਮਨ ਤੋਂ ਹਟਦੇ ਨਹੀਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਕੋਈ ਦਿਨ ਰਾਤ ਹਰ ਵੇਲੇ ਇਸ਼ਨਾਨ ਕਰਕੇ ਪਵਿੱਤਰ ਹੋਵੇ, ਫਿਰ ਵੀ ਉਸਦੇ ਮਨ ਦੀ ਮੈਲ ਨਹੀਂ ਜਾ ਸਕਦੀ ਜੀ। ਜੇ ਕੋਈ ਇਸ ਦੇਹੀ ਨੂੰ ਕਈ ਤਰ੍ਹਾਂ ਦੇ ਸਾਧਨਾਂ ਲਈ ਬਹੁਤ ਉੱਦਮ ਕਰੇ, ਤਾਂ ਵੀ ਮਨ ਤੋਂ ਮਾਇਆ ਵਿਸ਼ਿਆਂ ਦੀ ਮੈਲ ਦਾ ਅਸਰ ਖਤਮ ਨਹੀਂ ਹੁੰਦਾ ਜੀ। ਭਾਵੇਂ ਕੋਈ ਇਸ ਅਸਥਾਈ ਸਰੀਰ ਨੂੰ ਜਲ ਨਾਲ ਧੋਂਦਾ ਰਹੇ, ਦੱਸੋ ਕੱਚੀ ਕੰਧ ਭਲਾ ਸ਼ੁੱਧ ਕਿਵੇਂ ਹੋਵੇਗੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮਨ, ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਦੀ ਮਹਿਮਾ ਬਹੁਤ ਸ੍ਰੇਸ਼ਟ, ਸਭ ਤੋਂ ਉੱਚੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਦੀ ਸਾਧਨਾ ਨਾਲ
ਬਹੁਤ ਵੱਡੇ ਪਤਿਤ ਪਾਪੀ ਅਜਾਮਨ ਵਰਗੇ ਵੀ ਤਰ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਬਹੁਤ ਸਿਆਣਪਾਂ ਕਰਨ ਨਾਲ ਵੀ ਮਨੁੱਖ ਨੂੰ ਜਮ ਦਾ ਡਰ ਲੱਗਦਾ ਰਹਿੰਦਾ ਹੈ ਜੀ। ਅਨੇਕ ਯਤਨ ਕਰਨ ਨਾਲ ਵੀ ਮਨ ਮਾਇਆ ਦੀ ਤ੍ਰਿਸ਼ਨਾ ਤੋਂ ਮਾਇਆ ਤੋਂ ਰੂਪ ਅੱਗ ਨਹੀਂ ਬੁਝਦੀ ਜੀ। ਕਰੋੜਾਂ ਯਤਨਾਂ ਨਾਲ ਵੀ ਈਸ਼ਵਰੀ ਦਰਗਾਹ ਵਿੱਚ ਸਫਲਤਾ ਪ੍ਰਾਪਤ ਨਹੀਂ ਹੁੰਦੀ ਜੀ। ਆਕਾਸ਼ ਅਤੇ ਪਤਾਲ ਵਿੱਚ ਕਿਤੇ ਵੀ ਕੋਈ ਚਲਾ ਜਾਏ ਮਾਇਆ ਦੇ ਪ੍ਰਭਾਵ ਤੋਂ ਬਚ ਨਹੀਂ ਸਕਦਾ ਜੀ। ਸਗੋਂ ਮਾਇਆ ਦੇ ਮੋਹ ਜਾਲ ਵਿੱਚ ਹੋਰ ਫਸਦਾ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਤੋਂ ਬਿਨਾਂ ਅਤੇ ਹੋਰ ਸਾਰੇ ਕਰਮਾਂ ਕਰਤੂਤਾਂ ਨੂੰ ਜਮ ਧਰਮਰਾਜ ਦੰਡ ਸਜਾ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਗੋਬਿੰਦ ਰੂਪ ਪਰਮੇਸ਼ਰ ਦੇ ਗੁਰਸ਼ਬਦ ਨਾਮ ਭਜਨ ਤੋਂ ਬਿਨਾਂ ਹੋਰ ਕਿਸੇ ਕਰਮ ਨੂੰ ਤਿਲ ਜਿੰਨਾ ਵੀ ਨਹੀਂ ਮੰਨਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਜਪਣ ਨਾਲ ਦੁੱਖ ਨਸ਼ਟ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖ ਗੋਬਿੰਦ ਫਿਰ ਉਹ ਜਪਦੇ ਹਨ ਜੀ। ਫਿਰ ਉਹ ਸਹਿਜ ਸੁਭਾਏ ਗੁਰਸ਼ਬਦ ਗੁਰਬਾਣੀ ਨਾਮ ਗੁਰਮੁਖ ਹੀ ਜਪਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਕੋਈ ਚਾਰ ਪਦਾਰਥਾਂ ਧਰਮ ਅਰਥ ਕਾਮ ਅਤੇ ਮੋਕਸ਼ ਦੀ ਇੱਛਾ ਕਰੇ ਤਾਂ ਉਹ ਸਾਧਨਾਂ ਦੀ ਸੇਵਾ ਵਿੱਚ ਲੱਗ ਜਾਵੇ। ਜੇ ਕੋਈ ਆਪਣਾ ਆਤਮਿਕ ਦੁੱਖ ਮਿਟਾਉਣਾ ਚਾਹੇ ਫਿਰ ਤਾਂ ਉਹ ਹਮੇਸ਼ਾ ਹਿਰਦੇ ਵਿੱਚ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਗਾਉਣਾ ਕਰੇ ਜੀ। ਫਿਰ ਗੁਰੂ ਜੀ ਕਹਿੰਦੇ ਜੋ ਕੋਈ ਆਪਣੀ ਸੋਭਾ ਚਾਹੁੰਦਾ ਹੈ ਜੀ ਤਾਂ ਉਹ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਸਾਧ ਸੰਗਤ ਵਿੱਚ ਰਹਿ ਕੇ ਹਉਮੈ ਦਾ ਤਿਆਗ ਕਰ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਕੋਈ ਜਨਮ ਮਰਨ ਦੇ ਚੱਕਰ ਤੋਂ ਡਰਦਾ ਹੋਵੇ ਤਾਂ ਉਹ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਸਾਧ ਜਨਾਂ ਦੀ ਸ਼ਰਨ ਆ ਜਾਵੇ ਜੀ। ਭਾਵ ਸਤ ਸੰਗਤ ਨਾਲ ਲੱਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਗੁਰਮੁਖ ਸਾਧਕਾਂ ਨੂੰ ਪਰਮੇਸ਼ਰ ਦੇ ਦਰਸ਼ਨ ਦੀ ਪਿਆਸ ਹੋਵੇ ਜੀ ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਸਾਰੇ ਜੀਵਾਂ ਵਿੱਚੋਂ ਉਹ ਗੁਰਮੁਖ ਜੀ ਪ੍ਰਧਾਨ ਹਨ ਜੀ ਜਿਨ੍ਹਾਂ ਦਾ ਹੰਕਾਰ ਗੁਰਸ਼ਬਦ ਨਾਮ ਅਤੇ ਸਾਧ ਸੰਗਤ ਵਿੱਚ ਜੁੜ ਕੇ ਮਿਟ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ ਸਮਝਦਾ ਹੈ ਜੀ ਉਸ ਨੂੰ ਸਭ ਤੋਂ ਸ੍ਰੇਸ਼ਟ ਗਿਣਿਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਦਾ ਮਨ ਸਭ ਦੇ ਚਰਨਾਂ ਦੀ ਧੂੜ ਹੋ ਜਾਏ ਉਸ ਨੇ ਹਰ ਇੱਕ ਦੇ ਸਰੀਰ ਅਥਵਾ ਹਿਰਦੇ ਵਿੱਚ ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਦੀ ਸਥਿਤੀ ਪਛਾਣ ਲਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੇ ਆਪਣੇ ਮਨ ਤੋਂ ਵਿਸ਼ਿਆਂ ਵਿਕਾਰਾਂ ਬੁਰਾਈਆਂ ਦੀ ਭਾਵਨਾ ਮਿਟਾ ਦਿੱਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਾਰੀ ਸ੍ਰਿਸ਼ਟੀ ਨੂੰ ਆਪਣਾ ਸੱਜਣ ਮਿੱਤਰ ਵਾਂਗ ਹੀ ਵੇਖਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਸਾਧਕ ਦੁੱਖ ਸੁੱਖ ਨੂੰ ਸਮ ਕਰ ਜਾਣੇ ਭਾਵ ਇੱਕ ਕਰਕੇ ਜਾਣੇ ਭਾਵ ਪਰਮੇਸ਼ਰ ਦਾ ਭਾਣਾ ਹੀ ਸਮਝੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤਾਂ ਉਸ ਉੱਤੇ ਪਾਪ ਪੁੰਨ ਦਾ ਕੋਈ ਪ੍ਰਭਾਵ ਅਸਰ ਨਹੀਂ ਹੁੰਦਾ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਨਾਮ ਨੂੰ ਧਾਰਦੇ ਹਨ ਅਤੇ ਧਨ ਤੋਂ ਰਹਿਤ ਹਨ ਜੀ, ਉਹਨਾਂ ਗੁਰਮੁਖਾਂ ਲਈ ਪਰਮੇਸ਼ਰ ਦਾ ਗੁਰਸ਼ਬਦ ਨਾਮ ਹੀ ਧਨ ਹੈ ਜੀ। ਨਿਥਾਵੇਂ ਗੁਰਮੁਖਾਂ ਲਈ ਆਪ ਜੀ ਦਾ ਗੁਰਸ਼ਬਦ ਨਾਮ ਹੀ ਠਿਕਾਣਾ ਹੈ ਜੀ। ਨਿਮਾਣੇ ਗੁਰਮੁਖ ਲਈ ਆਪ ਜੀ ਦਾ ਗੁਰਸ਼ਬਦ ਨਾਮ ਹੀ ਮਾਣ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਸਾਰੇ ਜੀਵਾਂ ਨੂੰ ਪਰਮੇਸ਼ਰ ਤੁਸੀਂ ਆਪ ਹੀ ਦਾਤਾਂ ਬਖਸ਼ਦੇ ਹੋ ਜੀ। ਹੇ ਸੁਆਮੀ, ਤੁਸੀਂ ਸਭ ਕੁਝ ਕਰਨ ਕਰਾਉਣ ਵਾਲੇ ਹੋ ਜੀ, ਅਤੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਦੀ ਗੱਲ ਨੂੰ, ਅੰਦਰ ਨੂੰ ਜਾਣਨ ਵਾਲੇ ਹੋ ਜੀ। ਤੁਸੀਂ ਆਪਣੀ ਗਤ ਮਿਤ ਆਪ ਹੀ ਜਾਣਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੁਹਾਡੀ ਉਸਤਤ ਤੁਹਾਡੇ ਦੁਆਰਾ ਹੀ ਹੋ ਸਕਦੀ ਹੈ ਜੀ। ਤੁਸੀਂ ਕੌਣ ਹਾਂ ਜੀ ਕਰਨ ਵਾਲੇ? ਇੰਨੀ ਉਸਤਤ ਵੱਡੀ ਹੈ ਜੀ ਕਿ ਕੋਈ ਬਿਆਨ ਨਹੀਂ ਕਰ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸਤਤ ਵਡਿਆਈ ਨੂੰ ਹੋਰ ਕੋਈ ਨਹੀਂ ਜਾਣ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਸਾਰਿਆਂ ਧਰਮਾਂ ਵਿੱਚੋਂ ਜੇ ਕੋਈ ਸ੍ਰੇਸ਼ਟ ਧਰਮ ਹੈ ਜੀ, ਤਾਂ ਉਹ ਹੈ ਪਰਮੇਸ਼ਰ ਦਾ ਗੁਰਸ਼ਬਦ ਨਾਮ ਜਪਣਾ। ਇਹੋ ਹੀ ਨਿਰਮਲ ਪਵਿੱਤਰ ਕਰਮ ਹੈ ਜੀ। ਸਾਰੀਆਂ ਕਿਰਿਆਵਾਂ ਵਿੱਚੋਂ ਜੇ ਕੋਈ ਉੱਤਮ ਕਿਰਿਆ ਹੈ ਜੀ, ਤਾਂ ਉਹ ਹੈ ਗੁਰਸ਼ਬਦ ਨਾਮ ਧਾਰ ਕੇ, ਸਾਧ ਸੰਗ ਵਿੱਚ ਜੁੜ ਕੇ ਦੁਰਮਤ ਤੇ ਮੈਲ ਨੂੰ ਤਿਆਗਣਾ। ਸਾਰਿਆਂ ਉਦਮਾਂ ਵਿੱਚੋਂ ਜੇ ਕੋਈ ਉਦਮ ਚੰਗਾ ਹੈ ਜੀ, ਤਾਂ ਉਹ ਹੈ ਹਿਰਦੇ ਵਿੱਚ ਹਮੇਸ਼ਾ ਪਰਮੇਸ਼ਰ ਦਾ, ਹਰ ਦਾ ਗੁਰਸ਼ਬਦ ਨਾਮ ਜਪਣਾ। ਸਾਰੀਆਂ ਬਾਣੀਆਂ ਵਿੱਚੋਂ ਜੇ ਕੋਈ ਅੰਮ੍ਰਿਤ ਸਮਾਨ ਬਾਣੀ ਹੈ ਜੀ, ਤਾਂ ਉਹ ਹੈ ਪਰਮੇਸ਼ਰ ਦਾ ਗੁਰਸ਼ਬਦ ਨਾਮ ਦਾ ਜਸ ਕੰਨਾਂ ਨਾਲ ਸੁਣ ਕੇ ਰਸਨਾ ਨਾਲ ਉਸਦਾ ਵਿਖਾਨ ਕਰਨਾ ਜੀ, ਹਿਰਦੇ ਵਿੱਚ ਵਸਾਉਣਾ ਜੀ। ਫਿਰ ਗੁਰੂ ਜੀ ਕਹਿੰਦੇ ਆ, ਸਾਰਿਆਂ ਸਥਾਨਾਂ ਵਿੱਚੋਂ ਜੇ ਕੋਈ ਉੱਤਮ ਸਥਾਨ ਹੈ ਜੀ, ਤਾਂ ਉਹ ਹੈ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਪਰਮੇਸ਼ਰ ਹਰ ਦਾ ਗੁਰਸ਼ਬਦ ਨਾਮ ਵਸਦਾ ਹੈ ਜੀ। ਉਹਨਾਂ ਗੁਰਮੁਖਾਂ ਦੇ ਹਿਰਦੇ ਸਭ ਤੋਂ ਉੱਚੇ, ਹਾਂਜੀ, ਉੱਚੇ ਸਥਾਨ 'ਤੇ ਹਨ ਜੀ। ਇਸ ਸ਼ਬਦ ਦਾ, ਇਸ ਅਸਤੀ ਦਾ ਅਤੇ ਸਲੋਕ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਅਸਤੀ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਤਨੇ ਵੀ ਧਾਰਮਿਕ ਕਰਮ ਕਾਂਡ, ਅਨੁਸ਼ਾਸਨ, ਯੋਗ ਕਿਰਿਆਵਾਂ, ਸਾਧਨਾਵਾਂ, ਪੁੰਨ, ਦਾਨ, ਤੀਰਥ ਇਸ਼ਨਾਨ ਹਨ ਜੀ, ਉਹ ਸਭ ਗੁਰਸ਼ਬਦ ਨਾਮ ਸਾਧਨਾ, ਗੁਰਸ਼ਬਦ ਅਥਵਾ ਗੁਰਸ਼ਬਦ ਨਾਮ ਸਿਮਰਨ ਦੇ ਮੁਕਾਬਲੇ ਤੁੱਛ ਹਨ ਜੀ। ਫਿਰ ਗੁਰੂ ਜੀ ਕਹਿੰਦੇ ਆ, ਸਾਰਿਆਂ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਹੈ ਪਰਮੇਸ਼ਰ ਦਾ ਗੁਰਸ਼ਬਦ ਨਾਮ ਜਪਣਾ, ਕਿਉਂਕਿ ਇਸ ਨਾਲ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜੀ, ਅਤੇ ਵਿਸ਼ਿਆਂ ਵਿਕਾਰਾਂ ਦਾ ਖਾਤਮਾ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਨਾਮ ਵਿੱਚ ਲਗਾਉਂਦੇ ਹਨ ਜੀ, ਉਹਨਾਂ ਨੂੰ ਚਾਰ ਪਦਾਰਥਾਂ ਦੀ ਉਪਲਬਧੀ ਸੌਖਿਆਂ ਹੀ ਹੋ ਜਾਂਦੀ ਹੈ ਜੀ। ਭਾਵ ਚਾਰ ਪਦਾਰਥ ਭਾਵ ਸਭ ਕੁਝ ਉਹਨਾਂ ਨੂੰ ਗੁਰਸ਼ਬਦ ਨਾਮ ਵਿੱਚੋਂ ਹੀ ਮਿਲ ਜਾਂਦਾ ਹੈ ਜੀ, ਅਤੇ ਉਹਨਾਂ ਨੂੰ ਹਰ ਪਾਸਿਓਂ ਹਰ ਚੀਜ਼ ਦੀ ਤ੍ਰਿਪਤੀ ਹੋ ਜਾਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾਨ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।